Alright everyone, ਸਾਡੇ ਸਾਰੇ ਹੀ ਜਿੰਨੇ ਵੀ ਸਾਡੇ ਪਰਿਵਾਰਾਂ ਨੂੰ, ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਦੀਪ ਸਿੰਘ ਸ਼ੇਗਲ ਫ੍ਰੈਸਨੋ ਕੈਲੀਫੋਰਨੀਆ USA ਤੋਂ ਤੁਹਾਨੂੰ ਅਸੀਂ ਨਿੱਘੀ ਜੀ ਆਏ ਕਹਿੰਦੇ ਆ। ਬਾਕੀ ਜਿਹੜੀ ਇੰਟਰਵਿਊ ਸਾਡੀ ਚੱਲ ਰਹੀ ਆ ਇਸ ਵੇਲੇ ਲਾਈਵ ਔਨ ਅਸੀਂ ਜ਼ੂਮ ਐਂਡ ਲਾਈਵ ਔਨ ਫੇਸਬੁੱਕ, ਤਾਂ ਆਹੀ ਅਸੀਂ ਇੰਟਰਵਿਊ ਆਪਣੇ YouTube ਚੈਨਲ ਗੁਰਦੀਪ ਸ਼ੇਗਲ ਤੇ ਆਫ ਕੋਰਸ ਸੇਮ ਇੰਟਰਵਿਊ ਵੀ ਵਿਲ ਪਲੇ ਆਪਣੇ ਰੇਡੀਓ ਸਟੇਸ਼ਨ ਰੇਡੀਓ AM 900 ਪੰਜਾਬੀ ਦੇ ਉੱਤੇ ਸਾਡੇ ਨਾਲ ਸਾਡੇ ਬਹੁਤ ਹੀ ਮਸ਼ਹੂਰ ਮਕਬੂਲ ਸਾਡਾ NRI ਭਰਾ ਜੈਜ਼ੀ ਬੈਂਸ ਇਜ਼ ਔਨ ਦਾ 에ਅਰ। ਹੁਣ ਤਾਂ ਦੇਖੋ ਕਿ ਦੇਖੋ ਕਿ ਮਹਾਮਾਰੀ ਨੇ ਸਾਨੂੰ ਕਿੰਨਾ ਲਾਗੇ ਕਰ ਦਿੱਤਾ। ਆਈ ਮੀਨ ਜ਼ੂਮ, ਮੈਨੂੰ ਚੇਤਾ ਕਿ ਪਿਛਲੇ ਸਾਲ ਮੈਂ ਕਿਹਾ ਜ਼ੂਮ ਕੀ ਹੁੰਦਾ, ਐਂਡ ਨਾਓ ਜ਼ੂਮ ਇਜ਼ ਪਾਰਟ ਆਫ ਲਾਈਫ। ਆਈ ਮੀਨ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਆ। ਸੋ ਜੈਜ਼ੀ ਬੈਂਸ ਭਾਜੀ ਹੁਣੀ ਸਾਨੂੰ ਜੋਇਨ ਕਰ ਰਹੇ ਆ। ਸੋ ਬਾਕੀ ਮੈਂ ਦੇਖ ਰਿਹਾ ਮੈਨੂੰ ਬਹੁਤ ਸਾਰੇ ਦੋਸਤ ਮਿੱਤਰ ਆਲਰੇਡੀ ਜੋਇਨ ਕਰ ਰਹੇ ਆ, ਐਂਡ ਡੈਫੀਨਿਟਲੀ ਯੂ ਕੈਨ ਡਰੌਪ ਯੂਰ ਕਮੈਂਟ ਐਂਡ ਵੀ ਡੈਫੀਨਿਟਲੀ ਨੀਡ ਟੂ ਸਪੋਰਟ Jazzy Vance Paji. I mean, I want to throw a shout out to my bro Jay Sangu for reaching out and making this interview happen. So मैं थोड़ी जी गल करनी चाहना कि ਅਸੀਂ इंटरव्यू ਦਾ ਸਾਡਾ objective ਕੀ ਆ, like ਅਸੀਂ इंटरव्यू ਕਿਉਂ ਕਰ ਰਹੇ ਹਾਂ, because this is important. ਸਾਡਾ Jazzy Vance Paji, he's a Canadian, I'm an American, ਪਰ ਅਸੀਂ ਦੋਨੇ ਹੀ were born in Punjab. ਅਸੀਂ ਪੰਜਾਬ 'ਚ, ਇੰਡੀਆ ਸਾਡਾ ਮੁਲਕ ਆ, ਪੰਜਾਬ ਸਾਡਾ ਦੇਸ਼ ਆ। ਸੋ ਜੈਜ਼ੀ ਬੈਂਸ ਨੇ ਇੱਕ ਸਟੈਂਡ ਲਿਆ। ਬਹੁਤ ਵਾਰ ਲੋਕੀ ਕਹਿੰਦੇ ਆ ਜੀ ਸਿੰਗਰ ਕੁਛ ਕਰਦੇ ਨਹੀਂ, ਸਿੰਗਰ ਕੁਛ ਬੋਲਦੇ ਨਹੀਂ, ਆਹ ਨਹੀਂ ਕਰਦੇ, ਪਰ ਜੈਜ਼ੀ ਬੈਂਸ ਭਾਜੀ ਦਾ ਹਿਪ ਹਾਪ ਹੋ ਗਿਆ, ਬੇਸ਼ੱਕ ਭੰਗੜਾ ਹੋ ਗਿਆ, ਲਵ ਸੌਂਗ ਹੋ ਗਏ, ਖੜਕੇ ਦੜਕੇ ਦੇ ਗੀਤ ਹੋ ਗਏ, ਧਾਰਮਿਕ ਗੀਤ ਹੋ ਗਏ, ਸੱਭਿਆਚਾਰਕ ਗੀਤ ਹੋ ਗਏ, ਜਾਂ ਕਮਿਊਨਿਟੀ ਐਕਟਿਵਿਜ਼ਮ ਦੇ ਗੀਤ ਹੋ ਗਏ। ਜਿਵੇਂ ਪਿਛਲੇ ਸਮੇਂ ਤੁਸੀਂ ਦੇਖਿਆ ਕਿ ਜੈਜ਼ੀ ਬੈਂਸ ਭਾਜੀ ਨੇ ਆਪਣਾ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਦਿੱਲੀ ਦੇ ਵਿੱਚ, ਆਈ ਮੀਨ ਮੈਂ ਉਹਦੀ ਸਾਰੀ ਪਹਿਲੇ ਦਿਨ ਤੋਂ ਕਵਰੇਜ ਕੀਤੀ ਹੈਗੀ ਆ। ਇਨਫੈਕਟ ਪਹਿਲੇ ਦਿਨ ਤੋਂ ਵੀ ਹੈਵ ਬਿਨ ਵਿਦ ਦ ਮੂਵਮੈਂਟ। ਸੋ ਉਹਦੇ ਬਾਰੇ ਬੋਲਿਆ ਕਿ ਆਪਾਂ ਨੂੰ ਕਿਸਾਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਨੋ ਫਾਰਮਰਸ ਨੋ ਫੂਡ। ਓਕੇ, 1984 ਦਾ ਉਹ ਸਾਡੇ ਸੀਨੇ ਉੱਤੇ ਦਰਦ ਆ। ਓਕੇ, ਉਹ ਇੱਕ ਇਟਸ ਅ ਹਿਸਟੋਰੀਕਲ ਪਰਸਪੈਕਟਿਵ, ਉਹ ਇੱਕ ਹਿਸਟਰੀ ਆ, ਕਿਉਂਕਿ ਉਹਨੂੰ ਕੋਈ ਮਿਟਾ ਨਹੀਂ ਸਕਦਾ, ਕੋਈ ਕਹਿ ਨਹੀਂ ਸਕਦਾ ਕਿ ਹੋਇਆ ਨਹੀਂ। ਇਟਸ ਐਕਚੁਅਲੀ ਅ ਹਿਸਟੋਰੀਕਲ ਮੂਮੈਂਟ। ਓਕੇ, ਸੋ ਅਗਰ ਕੋਈ ਉਹਦੀ ਗੱਲ ਕਰਦਾ, ਤੁਸੀਂ ਉਹਨੂੰ ਬੈਨ ਕਰ ਦਿੰਦੇ ਆ ਜੀ, ਤੁਸੀਂ ਕਿਸਾਨਾਂ ਦੀ ਗੱਲ ਕਿਉਂ ਕਰਦੇ ਆ, ਤੁਸੀਂ 1984 ਦੇ ਸ਼ਹੀਦਾਂ ਦੀ ਜਾਂ ਜਿਹੜੇ ਪਰਿਵਾਰ ਨੇ ਆਪਣੀ ਜਾਨ ਗਵਾਈ ਆ, ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਿਆ, ਤੁਸੀਂ ਉਹਨਾਂ ਦੀ ਕਿਉਂ ਗੱਲ ਕਰਦੇ ਆ। ਐਂਡ ਆ ਇੱਕ ਹਿਊਮਨ ਰਾਈਟਸ ਦਾ ਮੁੱਦਾ ਬਣ ਜਾਂਦਾ। ਸੋ ਇਸ ਕਰਕੇ ਮੈਂ ਜੈਜ਼ੀ ਬੈਂਸ ਭਾਜੀ ਨੂੰ ਪਹਿਲੀ ਗੱਲ ਤਾਂ ਮੈਂ ਜੀ ਆਇਆਂ ਕਹਿੰਦਾ, ਤਾਂ ਬਾਕੀ ਅਸੀਂ ਇਹਨਾਂ ਦੀ ਪੂਰੀ ਸਪੋਰਟ ਕਰਦੇ ਹਾਂ, ਤਾਂ ਬਾਕੀ ਪੂਰਾ ਸਟੈਂਡ ਇਹਨਾਂ ਨਾਲ ਲੈਂਦੇ ਹਾਂ ਕਿ ਹੀ ਸਟੂਡ ਅਪ ਫॉर ਸਮਥਿੰਗ। ਸੋ ਅਰਲੀਅਰ ਮੈਂ ਭਾਜੀ ਮੈਨੂੰ ਛੇੜ ਰਿਹਾ ਸੀ, ਭਾਜੀ ਕਹਿੰਦਾ ਗੁਰਦੀਪ ਸਿੰਘ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ, ਕਹਿੰਦਾ ਅਸੀਂ ਤਾਂ ਫੇਰ ਵੀ ਇਨਸਾਨ ਆ। ਸੋ ਆਈ ਮੀਨ ਇਟਸ ਡੀਪ। ਸੋ ਜੈਜ਼ੀ ਬੈਂਸ ਭਾਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਨਿੱਘੀ ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਭਾਈ, ਔਰ ਜਿੰਨੇ ਵੀ ਇਸ ਵੇਲੇ ਫੇਸਬੁੱਕ ਤੇ ਜੁੜੇ ਆ ਸਾਰਿਆਂ ਨੂੰ ਬੜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸੋ ਜੈਜ਼ੀ ਬੈਂਸ ਭਾਜੀ ਦੇਖੋ ਯਾਰ, ਤੁਸੀਂ ਇੰਨੇ ਮਕਬੂਲ ਸਿੰਗਰ ਹੈਗੇ ਆ ਤੁਸੀਂ। ਕਈ ਵਾਰ ਲੋਕੀ ਕਈ ਕਹਿੰਦੇ ਯਾਰ ਮੇਰਾ ਵਧੀਆ ਰੋਟੀ ਚੱਲਦੀ ਆ, ਮੈਂ ਕਾਂਸਰਟਸ ਕਰੀ ਜਾਂਦਾ, ਆਈ ਹੈਵ ਮੈਂ ਬੜਾ ਨਾਂ ਕਮਾ ਲਿਆ, ਸ਼ੌਹਰਤ ਕਮਾ ਲਈ ਆ, ਆਈ ਐਮ ਫਾਈਨੈਂਸ਼ੀਅਲੀ ਸਟਰੋਂਗ, ਮੈਨੂੰ ਕਿਉਂ ਯਾਰ ਮੈਂ ਇੱਦਾਂ ਦੇ ਫੰਡਿਆਂ 'ਚ ਕਿਉਂ ਪਵਾਂ, ਕਿਸਾਨਾਂ ਨੂੰ ਜੋ ਕੁਛ ਮਰਜ਼ੀ ਹੋਈ ਜਾਵੇ, ਜੋ 84 ਹੋ ਗਿਆ ਜੋ ਕੁਛ ਮਰਜ਼ੀ ਹੋਈ ਜਾਵੇ। ਪਰ ਜੈਜ਼ੀ ਬੈਂਸ ਡਿਫਰੈਂਟ ਹੈ ਯਾਰ। ਭਾਜੀ ਕਿਉਂ, ਕੀ ਲਾਈਕ ਵਾਈ, ਲਾਈਕ what comes out of you when you think about ਇਹ ਮੇਰਾ ਖਿਆਲ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜਿਸ ਸੈਲੀਬ੍ਰਿਟੀ ਬਣਨਾ, ਜੋ ਸਿੰਗਰ ਆ, ਕੋਈ ਰਾਈਟਰ ਹੈ, ਚਾਹੇ ਕੋਈ ਵੀ ਆ, ਹੁਣ ਐਕਟਰ ਜਾਂ ਕੋਈ ਰੇਡੀਓ ਸਟੇਸ਼ਨ ਤੇ ਕੰਮ ਕਰਦਾ, ਮੇਰਾ ਖਿਆਲ ਹਰ ਇੱਕ ਇਨਸਾਨ ਦਾ ਇੱਕ ਬੀਇੰਗ ਹਿਊਮਨ ਬੀਇੰਗ, ਉਹਨਾਂ ਦੀ ਇੱਕ ਜੋਬ ਹੀ ਬਣਦੀ, ਇੱਕ ਫਰਜ਼ ਬਣਦਾ ਵੀ ਯਾਰ ਜਿਹੜੀਆਂ ਆਪਣੇ ਲਈ ਤਾਂ ਹਰੇਕ ਬੰਦਾ ਕਰਦਾ, ਆਪਣੇ ਲਈ ਤਾਂ ਕੰਮ ਆਪਾਂ ਕਰੀ ਜਾਂਦੇ, 27-28 ਸਾਲ ਤੋਂ ਗਾਈ ਜਾਂਦੇ ਆ, ਠੀਕ ਆ, ਉਹ ਤਾਂ ਚੱਲੀ ਜਾਣਾ ਹੈ ਨਾ, ਉਹਦੇ ਵਿੱਚ ਹਾਂ ਕੁਛ ਪੰਗੇ ਪੈਣੇ ਵੀ ਆ, ਕੋਈ ਚੱਕਰ ਨਹੀਂ। ਪਰ ਜਿਹੜਾ ਮੈਂ ਉੱਥੇ ਜਾ ਕੇ ਜਿਹੜਾ ਦਰਦ ਹੰਢਾ ਕੇ ਆਇਆ ਕਿਸਾਨ ਮੋਰਚੇ ਤੇ, ਮੈਂ ਤਕਰੀਬਨ 25 ਦਿਨ ਉੱਥੇ ਰਹਿ ਕੇ ਆਇਆ ਜੀ, ਹੈ ਨਾ। ਪਹਿਲੀਆਂ 2 ਰਾਤਾਂ ਮੈਂ ਪਹੁੰਚੇ ਆ ਤੇ ਮੁੰਡੇ ਕਹਿੰਦੇ ਰਾਤ ਨੂੰ ਭਾਜੀ ਚਲੋ ਹੁਣ ਹੋਟਲ ਚੱਲੀਏ। ਮੈਂ ਕਿਹਾ ਹੋਟਲ, ਜੇ ਮੈਂ ਕਿਹਾ ਮੈਂ ਹੋਟਲ 'ਚ ਸੌਣਾ ਹੁੰਦਾ ਮੈਂ ਕੈਨੇਡਾ ਮਾੜਾ ਸੀਗਾ, ਉੱਥੇ ਬੈਠਾ ਰਹਿੰਦਾ, ਹੈ ਨਾ। ਮੈਂ ਕਿਹਾ ਮੈਂ ਤਾਂ ਆਇਆ ਇੱਥੇ ਕੋਈ ਪ੍ਰੋਗਰਾਮ ਛੱਡੋ, ਮੈਂ ਤਾਂ ਆਇਆ ਸਿਰਫ ਇੱਥੇ ਹਾਜ਼ਰੀ ਲਵਾਉਣਾ। ਇੱਥੇ ਇਹਨਾਂ ਦਾ ਜਿਹੜਾ ਦਰਦ ਆ, ਸਾਡੇ 70-80 ਸਾਲ ਵਾਲੇ ਬਜ਼ੁਰਗ, ਹੈ ਨਾ, 9-9, 10 ਸਾਲੇ ਬੱਚੇ ਬੱਚੀਆਂ, ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਨੇ ਵੀ, ਉਹਨਾਂ ਦੀ ਉਮਰ ਆਪਣੇ ਪੋਤੇ ਪੋਤੀਆਂ ਨਾਲ, ਦੋਤੇ ਦੋਤੀਆਂ ਨਾਲ, ਆਪਣੇ ਬੱਚਿਆਂ ਨਾਲ ਰਜਾਈ 'ਚ ਬੈਠ ਕੇ ਨਿੱਘ ਮਾਣਨ ਦੀ ਉਮਰ ਹੈ, ਠੀਕ ਹੈ ਨਾ। ਜਦੋਂ ਨਵੰਬਰ ਦਸੰਬਰ ਦੀ ਗੱਲ ਕਰਦਾ ਮੈਂ, ਲੇਕਿਨ ਉਹ ਦਿੱਲੀ ਦੀਆਂ ਸੜਕਾਂ ਤੇ ਠੰਡੀਆਂ ਟਰਾਲੀਆਂ 'ਚ
ਟੈਂਟਾਂ ਦੇ ਵਿੱਚ ਕੋਈ ਵਾਸ਼ਰੂਮ ਦੀ ਫੈਸਿਲਿਟੀਜ਼ ਨਹੀਂ ਹੈ ਹਨਾ। ਇਹਨਾਂ ਦਾ ਜੀ ਕਰਦਾ ਇੱਥੇ ਬੈਠਣ ਨੂੰ, ਲੇਕਿਨ ਉਹ ਬੈਠ ਰਹੇ ਆ ਕਾਹਦੇ ਲਈ ਬੈਠ ਰਹੇ ਆ? ਉਹ ਆਪਣੀ ਹੋਂਦ ਲਈ ਬੈਠ ਰਹੇ ਆ ਹਨਾ। ਜਿਹੜੀ ਉਹ ਜ਼ਮੀਨ ਹੀ ਤਾਂ ਹੈ ਪੰਜਾਬ, ਜੇ ਸਾਡੇ ਦੇਖੋ ਬਾਕੀ ਜਿਹੜੇ ਕੰਮ ਕਰ ਤਾਂ ਠੀਕ ਆ, ਜੇ ਸਾਡੇ ਤੋਂ ਉਹੀ ਖੋ ਹੀ ਗਈ ਤੇ ਫਿਰ ਤਾਂ ਪੰਜਾਬ ਹੀ ਖਤਮ ਹੋ ਜਾਊਗਾ ਨਾ, ਸਾਡੀ ਹੋਂਦ ਹੀ ਖਤਮ ਹੋ ਜੂਗੀ, ਫਿਊਚਰ ਰਹਿਣਾ ਹੀ ਨਹੀਂ ਸਾਡੇ ਆਉਣ ਵਾਲੇ ਬੱਚਿਆਂ ਨੂੰ। ਆਪਾਂ ਕੀ ਦੱਸੂਗੇ ਯਾਰ ਵੀ ਏਦਾਂ ਸਰਕਾਰ ਆਈ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਲੈ ਗਈ, ਅਸੀਂ ਕੁਛ ਨਹੀਂ ਕਰ ਸਕਦੇ ਹਨਾ। ਉਹ ਬਜ਼ੁਰਗਾਂ ਦਾ ਹੌਸਲਾ ਦੇ ਕੇ ਉੱਥੇ ਮਤਲਬ ਚੜ੍ਹਦੀ ਕਲਾ ਸੀ ਹਨਾ, ਤੇ ਉਹ ਦੇਖ ਕੇ ਮਤਲਬ ਦਿਲ ਖੁਸ਼ ਵੀ ਹੁੰਦਾ ਸੀ, ਲੇਕਿਨ ਫਿਰ ਦਿਲ ਉਦਾਸ ਵੀ ਹੁੰਦਾ ਸੀ ਜਦੋਂ ਦੇਖਦੇ ਉਹਨਾਂ ਨੂੰ ਯਾਰ ਵੀ ਦੇਖੋ ਇਹਨਾਂ ਦਾ ਉਮਰ ਤਾਂ ਆਰਾਮ ਕਰਨ ਦੀ ਹੈ, ਇੱਥੇ ਇਹ ਸੜਕਾਂ ਤੇ ਬੈਠੇ ਆ ਹਨਾ। ਤੋ ਇਸ ਕਰਕੇ ਮੈਂ ਤਾਂ ਜੀ ਮੇਰਾ ਟਵਿੱਟਰ ਬੰਦ ਕਰ ਸਕਦੇ ਆ, ਮੇਰੇ ਹੋਰ ਅਕਾਊਂਟ ਬੰਦ ਕਰ ਸਕਦੇ ਆ, ਲੇਕਿਨ ਮੇਰੀ ਆਵਾਜ਼ ਨਹੀਂ ਬੰਦ ਕਰ ਸਕਦੇ। ਕਹਿੰਦੇ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ, ਜੇ ਬੰਦੇ ਦਾ ਸਟੈਂਡ ਹੀ ਨਹੀਂ ਤਾਂ ਫਿਰ ਜੀਣ ਦਾ ਕੀ ਫਾਇਦਾ। ਮੈਂ ਸੰਤਾਂ ਨੂੰ ਬਹੁਤ ਫੋਲੋ ਕੀਤਾ ਸ਼ੁਰੂ ਤੋਂ ਹਨਾ, ਤੇ ਉਹਨਾਂ ਦੀ ਜਿਹੜੀ ਉਹ ਗੱਲ ਆ ਉਹ ਮੇਰੇ ਦਿਲ 'ਚ ਘਰ ਕੀਤਾ ਉਸ ਗੱਲ ਨੇ। ਤੇ ਕਹਿੰਦੇ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਇੱਕ ਜੇ ਬੰਦੇ ਦੀ ਜ਼ਮੀਰ ਮਰ ਗਈ ਉਹਨੂੰ ਅਸਲੀ ਮੌਤ ਮੰਨਦਾ। ਬਾਕੀ ਇਹ ਗੱਲ ਵੀ ਸਹੀ ਹੈ ਠੀਕ ਹੈ ਨਾ, ਜੇ ਆਪਾਂ ਕਿਸੇ ਲਈ ਖੜ ਨਹੀਂ ਸਕਦੇ ਤੇ ਕੁਝ ਚੰਗਾ ਕੰਮ ਨਹੀਂ ਕਰ ਸਕਦੇ, ਫਿਰ ਕੀ ਜੀਣ ਦਾ ਕੀ ਫਾਇਦਾ। ਡੈਫੀਨਿਟਲੀ ਭਾਜੀ ਦੇਖੋ ਆਪਾਂ ਇੱਥੇ ਗਰੋ ਅਪ ਹੋਏ ਆ, ਤੁਸੀਂ ਵੀ ਕੈਨੇਡਾ 'ਚ ਗਰੋ ਅਪ ਹੋਏ ਆ। ਆਈ ਮੀਨ ਤੁਸੀਂ ਸਟਰਗਲ ਕੀਤੀ ਆ, ਆਈ ਥਿੰਕ ਜਿੰਨੇ ਵੀ ਆਪਾਂ ਨੂੰ ਲੋਕ ਸੁਣ ਰਹੇ ਆ, ਮੈਂ ਕਹੂੰਗਾ ਮੈਜੋਰਟੀ ਉਹ ਲੋਕ ਅਸੀਂ ਨਾ ਵੀ ਕਮ ਫਰੋਮ ਦ ਬਾਰਮ, ਓਕੇ ਲਾਈਕ ਅਸੀਂ ਬੇਸ਼ੱਕ ਖੇਤਾਂ 'ਚ ਕੰਮ ਕੀਤਾ ਹੋਵੇ, ਬੇਸ਼ੱਕ ਅਸੀਂ ਘਰ ਐਸ ਅ ਲੇਬਰ ਕੰਮ ਕੀਤਾ ਹੋਵੇ, ਸਟੋਰਾਂ ਤੇ ਕੰਮ ਕੀਤਾ ਹੋਵੇ, ਟਰੱਕਾਂ ਦਾ। ਆਈ ਮੀਨ ਵੀ ਏਦਾਂ ਨਹੀਂ ਕਿ ਅਸੀਂ ਸਾਰਾ ਕੁਝ ਛੱਡ ਕੇ ਆ ਗਿਆ ਪੰਜਾਬ 'ਚ ਨਾ। ਸੋ ਤੁਸੀਂ ਵੀ ਕਮ ਫਰੋਮ ਦ ਬਾਰਮ, ਐਂਡ ਆਪਾਂ ਨੂੰ ਉਹ ਦਰਦ ਹੈਗਾ ਆ ਜਸਟ ਬਿਕਾਜ਼ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਗਏ ਆ, ਪਰ ਸਾਡੀਆਂ ਰੂਟ ਤਾਂ ਜੁੜੀਆਂ ਨਾ ਉੱਥੇ ਪਿੱਛੇ। ਬਿਲਕੁਲ ਜੀ, ਮੈਨੂੰ ਤਾਂ ਮੇਰਾ ਗਲੋਬਲ ਨਿਊਜ਼ ਦੇ ਉੱਤੇ ਸੀਗੀ ਇੰਟਰਵਿਊ, ਉਹਨਾਂ ਨੇ ਪੁੱਛਿਆ ਵੀ ਵਾਈ ਆਰ ਯੂ ਸੋ concerned about it, because what I seen my dad in India, ਜੋ ਹਲ ਪਾਉਂਦੇ ਮੈਂ ਦੇਖਿਆ, I know how hard he worked, ਕਿੰਨਾ ਉਹਨਾਂ ਨੇ ਕੰਮ ਹਾਰਡ ਕੀਤਾ। ਮੈਂ ਕਿਹਾ ਕੈਨੇਡਾ ਆ ਕੇ ਬਰਾਡ ਫਾਰਮ ਦੇ ਵਿੱਚ ਕੰਮ ਕਰਦੇ ਸੀ, ਤੇ ਮੈਂ ਵੀ ਉੱਥੇ ਕੰਮ ਕਰਦਾ ਜਦੋਂ ਸਕੂਲੋਂ ਆਫ ਹੁੰਦੇ ਸੀ, ਸਮਰ ਹਾਲੀਡੇਜ਼ ਹਨਾ। ਅਸੀਂ ਬੇਰੀਆਂ ਤੋੜਦੇ ਰਹੇ, ਅਸੀਂ ਲੈਰਸ whatever ਫਾਰਮ ਜੋ ਕਰਦੇ ਸਾਰਾ ਕੁਝ ਕੀਤਾ, and I tell that to my kids too, because nothing comes easy in life। ਕਿਉਂ ਜਿੱਦਾਂ ਵੀ ਕਈ ashamed ਹੁੰਦੇ ਯਾਰ ਵੀ ਮੈਂ ਤਾਂ ਦੱਸਦਾ ਯਾਰ ਮੈਂ ਕੰਸਟਰਕਸ਼ਨ ਦਾ ਕੰਮ ਕਰਦਾ ਰਿਹਾ ਠੀਕ ਹੈ। ਤਰਲੋਕ ਸਿੰਘ ਬੌਸ ਸਾਨੂੰ ਜਿਹਨੇ ਮੈਨੂੰ ਜੈਜ਼ੀ ਵੀ ਬਣਾਇਆ ਠੀਕ ਹੈ, ਉਹਦੇ ਨਾਲ ਮੈਂ ਕੰਮ ਕਰਦੇ ਸੀ। ਉਹ ਕਿਹੜਾ ਮਿਲੀਅਨਰ ਬੰਦਾ ਸੀ, ਉਹ ਸਾਡੀ ਬੇਸਮੈਂਟ 'ਚ ਰਹਿੰਦਾ ਸੀ ਠੀਕ ਹੈ ਨਾ, ਲੇਕਿਨ ਹੀ ਜਸਟ ਡਿਸਕਵਰਡ ਲਾਈਕ ਉਹ ਤੇਰੀ ਆਵਾਜ਼ ਵਧੀਆ, ਚੱਲ ਯਾਰ ਆਪਾਂ ਕੁਛ ਕਰਦੇ ਹਾਂ। ਮੈਂ ਕੰਮ ਕਰੀ ਜਾਣਾ ਉੱਥੇ ਛੱਤਾਂ ਦੇ ਉੱਤੇ, ਨਾਲੇ ਗਾਣੇ ਗਾਈ ਜਾਣੇ ਹਨਾ। That's how I became Jazzy B. I tell that to everybody, and I'm not ashamed of it. That's my thing. I still do that. ਹਨਾ। ਮੈਂ ਹੁਣ ਵੀ ਜਦੋਂ ਬੌਸ ਨਾਲ ਜਾਂਦਾ, ਮੈਂ ਚਲੋ ਬੌਸ ਆਪਾਂ ਅੱਜ ਵਿਹਲੇ ਕਰਦੇ ਹਾਂ ਕੰਮ ਹਨਾ। ਕੰਮ ਕਰਨ 'ਚ ਕੋਈ ਸਾਨੂੰ ਤਾਂ ਬਾਬੇ ਨਾਨਕ ਨੇ ਸਿਖਾਈ ਇਹੀ ਚੀਜ਼ ਆ ਵੀ ਦਸਾਂ ਨੂੰ ਜਿਹੜੀ ਕਿਰਤ ਕਰੋਗੇ, ਕਰਮ ਕਰੋਗੇ ਨਾ, ਉਹਦਾ ਜਿਹੜਾ ਸਵਾਦ ਫਿਰ ਖਾਣ ਦਾ ਹਨਾ ਉਹ ਵੱਖਰਾ ਹੀ ਹੈ ਜੀ। ਡੈਫੀਨਿਟਲੀ ਠੀਕ ਹੈ 100% ਭਾਜੀ। ਦੇਖੋ ਆਹ ਚੀਜ਼ ਨਾ ਆਪਾਂ ਨੂੰ ਆਪਣੇ ਜਿਹੜੀ ਯੰਗ ਜਨਰੇਸ਼ਨ ਹੈ, ਇਨਫੈਕਟ ਮੈਂ ਤੁਹਾਡੇ ਜਿਹੜੇ ਗੀਤਾਂ 'ਚ ਨਾ ਮੈਂ ਬੜਾ ਇੱਕ ਦਰਦ ਦੇਖਿਆ ਇਨਫੈਕਟ ਕਿਸਾਨੀ ਦੇ। ਤੁਹਾਡੇ ਈਵਨ ਤੁਸੀਂ ਗੀਤ ਗਾਇਆ ਕੈਨੇਡਾ ਵਿੱਚ, ਤੁਸੀਂ ਪ੍ਰੋਡਕਸ਼ਨ ਕੀਤੀ ਆ, ਫਿਰ ਤੁਸੀਂ ਕਿਸਾਨ ਦਾ ਦਰਦ ਬੋਲਿਆ ਕਿ ਦੇਖੋ ਕਿ ਜ਼ਮੀਨ ਦੀ ਗੱਲ ਕੀਤੀ, ਆਪਣੀ ਜ਼ਮੀਰ ਦੀ ਗੱਲ ਕੀਤੀ ਆ, ਪਰ ਐਟ ਦ ਸੇਮ ਟਾਈਮ ਜਿਹੜੀ ਆਪਣੀ ਸਟਰਗਲ ਆ ਨਾ ਉਹ ਵੀ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ। ਐਂਡ ਔਨ ਅਸੀਂ ਡੈਮੋਕ੍ਰੇਸੀ I'm an educator myself, ਅਸੀਂ ਹਿਸਟਰੀ ਦੀਆਂ ਕਲਾਸਾਂ ਦੇ ਵਿੱਚ ਅਸੀਂ ਰੌਲਾ ਪਾਪ ਪਾਉਣੇ ਜੀ, ਅਮਰੀਕਾ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਕੈਨੇਡਾ ਡੈਮੋਕ੍ਰੇਸੀ ਆ, ਇੰਡੀਆ ਕਹਿੰਦਾ ਜੀ ਮੈਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਪਰ ਡੈਮੋਕ੍ਰੇਸੀ ਦਾ ਭਾਜੀ ਪਿਲਰ ਹੁੰਦਾ ਫਰੀडम ਆਫ ਸਪੀਚ। ਜਸਟ ਬਿਕਾਜ਼ ਕਿ maybe ਆਪਣੀਆਂ ਕਈ ਚੀਜ਼ਾਂ maybe we disagree or agree on some things, but that doesn't mean we cannot sit together and have a positive discussion. Oh definitely, I mean that's what it's all about। ਜਿੱਦਾਂ ਹੁਣ ਮੈਂ ਜੇ ਟਵਿੱਟਰ ਤੇ ਕੋਈ ਜਿਹੜੀ ਉਹਨਾਂ ਨੇ ਮੈਨੂੰ ਈਮੇਲ ਵੀ ਭੇਜੀ ਹੈ, ਉਹਦੇ ਵਿੱਚ ਉਹਨੇ ਕਲੀਅਰ ਦੱਸਿਆ ਹੋਇਆ, ਕਹਿੰਦੇ you didn't do anything wrong, okay, right, but due to Indian government they want so I'm like, okay, isn't Twitter supposed to be people's voice, freedom of speech, so that means you guys are run by government too, right? So ਇਹਦਾ ਮਤਲਬ ਆਪਣਾ ਬੋਲਣ ਦਾ ਕੋਈ ਫਾਇਦਾ ਨਹੀਂ, ਜੇ ਸੱਚ ਬੋਲਾਂਗੇ ਤਾਂ ਉਹਨੇ ਬੰਦ ਕਰ ਦੇਣਾ। It is shocking really। ਮੈਨੂੰ ਤਾਂ ਪਤਾ ਨਹੀਂ ਸੀ, ਕਿਉਂਕਿ ਈਮੇਲ ਦੇ ਉੱਤੇ ਨੋਟੀਫਿਕੇਸ਼ਨ ਬੰਦ ਕੀਤੀਆਂ ਹੁੰਦੀਆਂ, ਬਹੁਤ ਜ਼ਿਆਦਾ ਆਉਂਦੀਆਂ ਈਮੇਲ। ਉਦੋਂ ਕਿਸੇ ਨੇ ਮੈਨੂੰ ਮੈਸੇਜ ਕੀਤਾ, ਕਹਿੰਦੇ ਭਾਜੀ your account withheld in India। I'm like what, why, you know what I mean? So ਉੱਥੋਂ ਮੈਨੂੰ ਪਤਾ ਲੱਗਾ। ਸੋ ਇਹ ਮਤਲਬ ਬਹੁਤ ਇੱਥੋਂ ਪਤਾ ਲੱਗਦਾ ਵੀ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈ
ਉਹ ਕਿੱਦਾਂ ਦੱਬੀ ਗਊ ਹਨਾ। ਆਮ ਬੀਇੰਗ ਅ ਸੈਲੀਬ੍ਰਿਟੀ ਤਾਂ ਮੇਰਾ ਅਕਾਊਂਟ ਬੰਦ ਕਰ ਸਕਦੇ, ਜਿਹੜੇ ਆਮ ਲੋਕੀ ਨੇ ਉਹਨਾਂ ਦਾ ਵਿਚਾਰਿਆਂ ਦਾ ਜਿੱਦਾਂ ਹੁਣ ਮੈਂ ਤਾਂ ਹੀ ਮੈਂ 84 ਦੀ ਗੱਲ ਤਾਂ ਕਰਦਾ ਹੁੰਦਾ, ਜਦੋਂ ਅਟੈਕ ਹੋਇਆ ਹਾਂਜੀ there was only one radio, ਹਾਂਜੀ ਕੋਈ ਹੋਰ ਤਾਂ ਹੈ ਹੀ ਨਹੀਂ ਸੀਗੇ ਸਾਧਨ, ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ। ਸੋ ਜੀ ਜਸਟ ਇਮੈਜਿਨ what our people went through, ਹਨਾ ਕਿੰਨਾ ਉਹਨਾਂ ਦੇ ਨਾਲ ਧੱਕਾ ਹੋਇਆ। ਮੇਰਾ ਹਰ ਇੱਕ ਬੰਦੇ ਨੂੰ ਮੇਰੇ ਖਿਆਲ ਦਰਦ ਹੋਊਗਾ। I can feel that pain still, man, you know, and it just breaks my heart। ਯਾਰ ਇਨਸਾਨੀਅਤ ਵੀ ਕੋਈ ਚੀਜ਼ ਆ ਹਨਾ। ਉੱਥੇ ਆਪਾਂ ਫੇਰ ਕਹਿ ਦਿੰਦੇ ਆ ਵੀ ਇਹ ਜ਼ਿਆਦਾ ਯਾਰ ਤੁਸੀਂ ਭੁੱਲਦੇ ਕਿਉਂ ਨਹੀਂ, ਕਿੱਦਾਂ ਭੁੱਲ ਜਾਓਗੇ। ਮੈਂ ਉੱਥੇ ਕਹਿਣਾ ਹੁੰਦਾ ਯਾਰ ਜੇ ਕਿਸੇ ਤੁਹਾਡੇ ਮੇਰੇ ਮਾਮ ਡੈਡ ਦੀ ਡੈਥ ਹੋਈ ਆ, ਠੀਕ ਹੈ, ਮੈਂ ਮਿਸ ਤਾਂ ਉਹਨਾਂ ਨੂੰ ਰੋਜ਼ ਕਰਦਾ, ਲੇਕਿਨ ਜਦੋਂ ਜਿਹੜੀ ਡੈਥ ਐਨੀਵਰਸਰੀ ਆਉਂਦੀ ਹੈ, the day my dad passed away, my mom passed away, that's emotional days for me। Yeah. you know so November 1st to 8 I do it, even 1 ਤੋਂ 6 ਕਰਦੇ ਨੇ, ਮੈਂ 8 ਤੱਕ ਕਰਦਾ। ਮੈਂ I post every year, you see those pictures, you see ਜਿਸ ਗੁਰੂ ਘਰ ਦੇ ਵਿੱਚ ਤੁਸੀਂ ਮੱਥਾ ਟੇਕਦੇ, ਸਾਰੇ ਦੁਨੀਆ 4 ਦਰਵਾਜ਼ੇ ਲੱਗੇ ਨੇ, ਉੱਥੇ ਕੋਈ ਨਹੀਂ ਰੱਖਿਆ ਵੀ ਇਕੱਲੇ ਸਿੱਖਾਂ ਨੇ ਆਉਣਾ, ਹਿੰਦੂ ਮੁਸਲਿਮ ਸਿੱਖ ਈਸਾਈ ਜਿਹੜਾ ਮਰਜ਼ੀ ਆਵੇ, ਠੀਕ ਹੈ ਨਾ। ਸਾਡੀ ਇਕੱਲੀ ਲੜਾਈ ਨਹੀਂ ਹੈ ਉੱਥੇ, ਇਕੱਲੇ ਸਿੱਖ ਨਹੀਂ ਸ਼ਹੀਦ ਹੋਏ, ਹੋਰ ਪਤਾ ਨਹੀਂ ਜਿਹੜੇ ਮੱਥਾ ਟੇਕਣ ਆਏ ਉਹ ਕਿੰਨੇ ਸ਼ਹੀਦ ਹੋਏ। So how can you forget that? How can people be so like I don't know the word to use, man, you know what I mean? ਵੀ ਇੰਨੇ ਤੁਸੀਂ ਕਿੱਦਾਂ ਨਾਲ ਨਹੀਂ ਖੜ ਸਕਦੇ ਵੀ ਯਾਰ ਇਕੱਲੀ ਸਿੱਖਾਂ ਦੀ ਲੜਾਈ ਥੋੜ੍ਹਾ, ਇਹ ਤਾਂ ਯਾਰ ਇਨਸਾਨੀਅਤ ਦੀ ਲੜਾਈ ਹੈ, ਠੀਕ ਹੈ। 37 years ਹੋ ਗਏ ਨੇ, ਹਲੇ ਜੇ ਅੱਧੇ ਬੰਦੇ ਬਾਹਰ ਤੁਰੇ ਫਿਰਦੇ ਨੇ, ਠੀਕ ਹੈ। ਤੇ ਜਿੱਥੇ ਸਾਡੇ ਸਿੰਘ ਆ ਜਿਨ੍ਹਾਂ ਨੇ ਆਪਣੀਆਂ ਉਮਰ ਕੈਦ ਵੀ ਭੋਗਤੀ ਆ 25 ਸਾਲ, ਉਹਨਾਂ ਨੂੰ ਉਹ ਹਲੇ ਤੱਕ ਜੇਲ੍ਹ 'ਚ ਫਿਰਦੇ ਨੇ, ਹਨਾ। ਤੁਸੀਂ ਨਾ ਮੇਰੀ ਐਕਚੁਅਲੀ ਆਈ ਥਿੰਕ ਆਪਣੀ ਜਿਹੜੀ ਥਾਟ ਪ੍ਰੋਸੈਸ ਆਈ ਥਿੰਕ ਸੇਮ ਚੱਲ ਰਿਹਾ ਸੀ। ਮੈਂ ਆਹੀ ਗੱਲ ਕਰਨੀ ਸੀ ਕਿ ਲਾਈਕ ਹੁਣ ਦੇਖੋ ਸੋਸ਼ਲ ਮੀਡੀਆ ਆ ਜਿਹੜੀ ਇੱਕ ਰੈਵੋਲੂਸ਼ਨ ਆਪਣੇ ਆਪ ਦੇ ਵਿੱਚ ਹੈ, ਈਵਨ ਦੋ ਕਿ ਹੁਣ ਮੈਨੂੰ ਲੱਗ ਰਿਹਾ ਕਿ ਸੋਸ਼ਲ ਮੀਡੀਆ ਨੂੰ ਵੀ ਸੈਂਸਰਸ਼ਿਪ ਕਰਨਾ ਇਹਨਾਂ ਨੇ ਸ਼ੁਰੂ ਕਰਤਾ ਹੈ, ਚਾਹੇ ਉਹ ਫੇਸਬੁੱਕ ਹੋਵੇ, ਟਵਿੱਟਰ ਹੋਵੇ, ਇੰਸਟਾਗ੍ਰਾਮ, ਯੂਟਿਊਬ। ਆਈ ਮੀਨ ਈਵਨ ਦੋ ਕਿ ਪਰ ਆਹ ਇੱਕ ਅਸਲ ਜਿਹਨੂੰ ਤੁਸੀਂ ਅਰਲੀਅਰ ਗੱਲ ਕੀਤੀ ਕਿ ਲੋਕਾਂ ਦੀ ਆਵਾਜ਼ ਅਸੀਂ ਆਹ ਕਹਿੰਦੇ ਆ, ਹੁਣ ਕੈਲੀਫੋਰਨੀਆ, ਹੁਣ ਫ੍ਰੈਜ਼ਨੋ ਤੋਂ ਆਪਣਾ 2.5 ਘੰਟੇ ਦੂਰ ਆ ਗੂਗਲ ਦਾ ਹੈੱਡਕੁਆਟਰ ਜਾਂ ਫੇਸਬੁੱਕ ਦਾ ਹੈੱਡਕੁਆਟਰ, ਉਹ ਕਹਿੰਦੇ ਆ ਜੀ ਦਿਸ ਇਜ਼ ਪੀਪਲਸ ਵੌਇਸ। ਪਰ ਆਈ ਥਿੰਕ ਹੁਣ ਈਵਨ ਟਵਿੱਟਰ, ਪਰ ਥਿੰਕ ਜਦੋਂ ਤੁਸੀਂ ਆਪਣਾ ਤੁਸੀਂ ਚੀਜ਼ ਸ਼ੇਅਰ ਕਰਦੇ ਆ, ਯੂ ਸ਼ੇਅਰਿੰਗ ਯੂਰ ਓਪੀਨੀਅਨ, ਪਰ ਐਨੀਵੇ ਤੁਹਾਡਾ ਓਪੀਨੀਅਨ ਵੀ ਨਹੀਂ, ਦੈਟਸ ਅ ਫੈਕਟ। You're sharing a fact. I mean, it's not like Jazzy was ਸਵੇਰੇ ਉੱਠਿਆ ਉਹ ਮੈਂ ਟਵੀਟ ਕਰਨਾ ਆ, ਮੈਂ but you're sharing facts। ਉਹ ਤਾਂ ਵੀ ਤੁਹਾਡਾ ਜਿਹੜਾ ਟਵਿੱਟਰ ਆ ਬਿਆਨ ਕਰ ਰਿਹਾ। ਮੈਂ ਜਿੰਨੇ ਵੀ ਦੋਸਤ ਮਿੱਤਰ ਸਾਨੂੰ ਜਿਹੜੇ ਇਸ ਵੇਲੇ ਫੇਸਬੁੱਕ ਲਾਈਵ ਤੇ ਸਾਨੂੰ ਦੇਖ ਰਹੇ ਆ, ਜਿਹੜੇ ਸਾਨੂੰ ਜਿਨ੍ਹਾਂ ਨੇ YouTube ਤੇ ਦੇਖਣਾ, ਜਿਨ੍ਹਾਂ ਨੇ ਆ ਰੇਡੀਓ ਤੇ ਇੰਟਰਵਿਊ ਸਾਡੀ ਸੁਣਨੀ ਆ, ਮੈਂ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ ਕਿ ਦੇਖੋ ਜੈਜ਼ੀ ਬੈਂਸ ਸਾਡੇ ਭਰਾ ਨੇ ਸਟੈਂਡ ਲਿਆ, ਆਪਾਂ ਇਹਦੀ ਪੂਰੀ ਸਪੋਰਟ ਕਰਨੀ ਆ, ਬਿਕਾਜ਼ like I said earlier, ਮੈਂ ਗੱਲ ਕੀਤੀ, people are always like ਯਾਰ ਸਿੰਗਰ ਆ ਨਹੀਂ ਕਰਦੇ, ਏਦਾਂ ਨਹੀਂ ਕਰਦੇ, but Jazzy Vance has to stand। I mean he stands and like I said, ਤੁਸੀਂ ਇਹਨਾਂ ਦੇ ਗੀਤ ਅਗਰ ਸੁਣੋ, ਇਹਨਾਂ ਨੇ ਹਰੇਕ ਤਬਕੇ ਦੇ ਲਈ ਗੀਤ ਗਾਇਆ, ਕਿਉਂਕਿ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਲੋਕੀ ਹੁੰਦੇ ਆ, ਕਈ ਲੋਕੀ ਧਾਰਮਿਕ ਹੁੰਦੇ ਆ, ਕਈ ਲੋਕੀ ਸੱਭਿਆਚਾਰਕ ਹੁੰਦੇ ਆ, ਕਈ ਲੋਕੀ they like to do parties, right? so ਉਹਨਾਂ ਨੇ ਹਰੇਕ ਲਈ ਗਾਣਾ ਗਾਇਆ। ਸੋ ਬਾਕੀ ਦੇਖੋ ਆਪਣੇ ਹੱਕ ਦੀ ਜਿਹੜੀ ਗੱਲ ਆ ਕਰ ਰਹੇ ਆ। ਸੋ ਅਸੀਂ ਆ ਗੱਲ ਦੀ ਜਿੱਦਾਂ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਕਿ ਇਹਨਾਂ ਦੇ ਟਵਿੱਟਰ ਦਾ ਜਿਹੜਾ ਅਕਾਊਂਟ ਆ ਉਹਨੂੰ ਬੈਨ ਕੀਤਾ ਗਿਆ, ਕਿਉਂਕਿ ਮੈਂ ਦੱਸ ਦਵਾਂ ਕਿ ਉਹ ਪੂਰੀ ਦੁਨੀਆ 'ਚ ਬੈਨ ਨਹੀਂ, ਇਟਸ ਪਾਰਟਿਕੂਲਰਲੀ ਬੈਨਡ ਓਨਲੀ ਇਨ ਇੰਡੀਆ। ਤਾਂ ਜਿਵੇਂ ਜੈਜ਼ੀ ਬੈਂਸ ਭਾਜੀ ਨੂੰ ਮੈਂ ਕੋਟ ਕਰ ਰਿਹਾ, ਉਹ ਕਹਿੰਦੇ ਵੀ ਮੈਨੂੰ ਜਦੋਂ ਈਮੇਲ ਆਈ ਆ ਉਹਨਾਂ ਨੇ ਕਿਹਾ ਟਵਿੱਟਰ ਵਾਲਿਆਂ ਨੇ ਕਿ ਤੁਸੀਂ ਕੁਛ ਗਲਤ ਨਹੀਂ ਕੀਤਾ ਹੈਗਾ, ਪਰ ਜਸਟ ਬਿਕਾਜ਼ ਜਿਹੜੀ ਇੰਡੀਆ ਦੀ ਸਰਕਾਰ ਆ ਉਹਨਾਂ ਨੂੰ ਅਬਜੈਕਟਿਵ ਹੈ ਕਿ ਭਾਈ ਤੁਸੀਂ ਉਹਨਾਂ ਨੂੰ ਪ੍ਰੋਬਲਮ ਹੈ ਕਿ ਤੁਸੀਂ ਕੀ ਕਿਹਾ ਹੈਗਾ, ਪਰ ਇਹਨਾਂ ਨੇ ਕੀ ਕਿਹਾ, ਇੱਕ ਕਿਸਾਨਾਂ ਦੀ ਸਪੋਰਟ ਕਰ ਰਹੇ ਜਿਹੜੀ ਕਿ ਆਪਾਂ ਸਾਰੇ ਕਰ ਰਹੇ ਹਾਂ, ਰਾਈਟ। ਫਿਰ ਇਹਦਾ ਮਤਲਬ ਕਿ ਸਾਡੇ ਵੀ ਜਿਹੜੇ ਅਕਾਊਂਟ ਹੈ ਉਹਨਾਂ ਨੇ ਬੈਨ ਕਰਦੇ ਆ। ਫਿਰ ਨੰਬਰ 2 1984 ਦੇਖੋ ਜੂਨ ਦਾ ਮਹੀਨਾ ਚੱਲਦਾ, ਜਦੋਂ ਵੀ ਜੂਨ ਸ਼ੁਰੂ ਹੁੰਦਾ ਉਦੋਂ ਸਾਡੇ ਜਿਹੜੇ ਜ਼ਖਮ ਆ ਉਹ ਹਰੇ ਹੋ ਜਾਂਦੇ ਆ, ਕਿਉਂਕਿ ਜਸਟ ਉਹ ਮੈਂ 3 ਸਾਲ ਦਾ ਸੀ, ਮੈਨੂੰ ਉਦੋਂ ਚੇਤਾ ਸਾਡੇ ਪਿੰਡ ਦੇ ਵਿੱਚ CRP ਦਾ ਪੂਰਾ ਘੇਰਾ ਪਾਇਆ ਹੋਇਆ ਸੀ। ਅਸੀਂ ਮੈਨੂੰ ਪਤਾ ਕਿ ਮੇਰੇ ਈਵਨ ਦੋ ਕਿ ਮੇਰੇ ਫਾਦਰ ਸਾਹਿਬ ਸੂਬੇਦਾਰ ਰਿਟਾਇਰ ਹੋਏ ਆ ਇੰਡੀਆ ਦੀ ਆਰਮੀ 'ਚ, ਉਹ ਬੰਦੇ ਨੇ ਪਾਕਿਸਤਾਨ ਨਾਲ, ਚੀਨ ਨਾਲ ਵੀ ਲੜਿਆ, ਉਹ ਪਾਕਿਸਤਾਨ ਵੀ 2 ਵਾਰ ਲੜਿਆ, ਬੰਗਲਾਦੇਸ਼ ਜਾ ਕੇ ਵੀ ਲੜਿਆ ਇੰਡੀਆ ਦੇ ਲਈ। ਉਹ ਦੇਖ ਲਓ ਉਸ ਬੰਦੇ ਨੂੰ ਉਹ ਸਾਡੇ ਖੂਨ ਨੂੰ ਨਹੀਂ ਜਾਣ ਦਿੰਦੇ ਸੀ, ਅਸੀਂ ਪਸ਼ੂਆਂ ਲਈ ਪੱਠੇ ਲਿਆਉਣੇ। ਡੈਡੀ ਕਹਿੰਦਾ ਯਾਰ ਦੇਖੋ ਇੰਨੀ ਘੇਰਾਬੰਦੀ ਸੀ ਨਾ, ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਸੀ। ਸੋ ਬਾਕੀ ਤੁਸੀਂ ਰੇਡੀਓ ਦੀ ਗੱਲ ਕੀਤੀ ਆ, ਇੱਕ ਆਲ ਇੰਡੀਆ ਰੇਡੀਓ ਚੱਲਦਾ ਸੀ ਕੰਟਰੋਲਡ ਬਾਏ ਦਾ ਇੰਡੀਆ ਗਵਰਨਮੈਂਟ ਉਸ ਟਾਈਮ ਤੇ, ਉਹਨੇ ਜੋ ਕੁਛ ਕਿਹਾ ਉਹੀ ਗੱਲ ਉਹ ਕਰਦੇ ਸੀ। ਸੋ ਦੇਖੋ ਜੀ ਆਹ ਜਿਹੜੀ ਚੀਜ਼ ਹੋ ਰਹੀ ਆ, ਜਿਵੇਂ ਜੈਜ਼ੀ ਬੈਂਸ ਭਾਈ ਦਾ ਇੰਡੀਆ ਦੇ ਵਿੱਚ ਬੈਨ ਹੋਇਆ, ਅਗਰ ਇੰਡੀਆ, ਮੈਂ ਯੂਜਲੀ ਜੈਜ਼ੀ ਭਾਜੀ ਮੈਂ ਨਾ ਆਮ ਤੌਰ ਤੇ ਇੱਥੇ ਦੇ ਜੋ ਸਾਡੇ ਕਾਂਗਰਸਮੈਨ ਹੁੰਦੇ ਆ ਰੇਡੀਓ ਤੇ ਸਾਨਾ ਆਉਂਦੇ ਆ, ਈਵਨ ਜ਼ੂਮ ਤੇ ਆਉਂਦੇ ਆ, ਤਾਂ ਮੈਨੂੰ ਕਹਿੰਦੇ ਵੀ one of my good friend, Congressman Jim Costa, he's like, Gurdeep man, every time
Indian official come here, they're like, you know, India is the biggest democracy in the world. ਪਰ ਹੁਣ ਨੈਕਸਟ ਟਾਈਮ ਮੈਂ ਜਦੋਂ ਗੱਲ ਕਰੂੰਗਾ ਆਲ ਡੈਫੀਨਿਟਲੀ ਬ੍ਰਿੰਗ ਦਿਸ ਇਸ਼ੂ ਅਪ ਕਿ ਯਾਰ ਸਾਡੇ ਅਗਰ ਉਹ ਸਾਡਾ ਜਿਹੜਾ ਬੰਦਾ ਕਮਿਊਨਿਟੀ ਐਕਟਿਵਿਜ਼ਮ ਕਰ ਰਿਹਾ ਉਹਦਾ ਟਵੀਟ ਆਹ ਗੱਲ ਕਹਿਣ ਤੇ ਹੋ ਸਕਦਾ, ਆਮ ਬੰਦੇ ਦਾ ਕੀ ਉੱਥੇ ਹਾਲ ਹੋਊਗਾ। ਹਾਂਜੀ ਉਹੀ ਗੱਲ ਉਹੀ ਹੈ ਨਾ ਗੁਰਦੀਪ ਭਾਈ, ਗੱਲ ਚੱਕਰ ਪਤਾ ਕੀ ਹੈ, ਕਈ ਜਿੱਦਾਂ ਡਿਵਾਈਡ ਐਂਡ ਰੂਲ ਵਾਲਾ ਉਹਨਾਂ ਨੇ ਉਹ ਪਹਿਲੀ ਗੋਰਿਆਂ ਵਾਲਾ ਫੜਿਆ ਹੋਇਆ ਕੰਮ ਹੈ ਨਾ, ਜੋ ਬ੍ਰਿਟਿਸ਼ ਕਰ ਰਿਹਾ ਸੀ ਉਦੋਂ, ਉਹੀ ਚਾਲਾਂ ਤੇ ਚੱਲ ਰਹੇ ਨੇ। ਲੇਕਿਨ ਲੋਕੀ ਬਹੁਤ ਸਿਆਣੇ ਹੋ